अस्सलाम वालेकुम ख़वातीन और हज़रात, शुरू करते हैं आज का हस्ब हाल। मैं हूं जिसका मेज़बान जुनैद सलीम। नाज़रीन, आज हमारी महफिल में मौजूद हैं सर्दी की शिद्दत में सुरों की हिद्दत खोलने के लिए उस्ताद सुरीले ख़ान, उनके शागिर्द उस्ताद डब्बे ख़ान और उनके अजीज़ जान भतीजे उस्ताद पूंड खान। क्या कहने ओ ना मैं चांदी जई ना सोने जई ना पित्तल भरी बरात, मैनू धरती गली करा दे मैं नचा सारी रात। ओ ना मैं चांदी जई ना सोने जई ना पित्तल भरी बरात, मैनू धरती गली करा दे मैं नचा सारी रात। क्या याद करा दिया डब्बे खां जी उस्ताद जी। पुत्रे तू सारी बकवास कीती। तेरा अपना जो नचन ਨੂੰ ਦਿਲ ਕਰਦਾ ਤੇ ਤੂੰ ਉਹਨੂੰ ਕਾਹਦ ਲਈ ਧਰਤੀ ਕਲੀ ਦਾ ਖਰਚਾ ਪਾਉਣ ਦੇ। ਉੱਤੇ ਚੱਪੇ ਚੱਪੇ ਤੇ ਨੱਚਿਆ ਬੇਟਾ, ਟਗੇ ਟਗੇ ਤੇ ਨੱਚਿਆ। ਬਹੁਤ ਸ਼ੌਕ ਹੈ। बड़ा शौक हो के कह रहे नचा सारी रात और शुगर तेन गोड़े गोड़े 14 घंटे की रात है अजकल। ਓਏ ਸ਼ੋਖਿਆ ਬਿਸਤੀ ਕਰਨ ਡਿਆ ਕਿ ਡਰਾਉਣ ਡਿਆ? ਸਾਰੀ ਰਾਤ ਨੱਚੇਗਾ ਤੇ ਕੰਮ ਉੱਤੇ ਨਹੀਂ ਜਾਣਾ। ਇਹ ਕਿਹੜੇ ਕੰਮ ਤੇ ਸ਼ੌਕ ਆ? ਇਹ ਕਿਹੜਾ ਛੱਤਾਂ ਤੇ ਪਲਾਸਟਿਕ ਆਫ ਪੈਰਿਸ ਦੇ ਡਿਜ਼ਾਈਨ ਬਣਾਉਂਦਾ ਉਸਤਾਦ ਜੀ ਇਹਨੇ ਸਾਡੇ ਨਾਲ ਹੀ ਖੱਜਲ ਹੋਣਾ, ਪਤਾ ਨੇ ਕਿੱਥੇ ਜਾਣਾ। ਕੰਮ ਤੇ ਮੈਂ ਕਿ ਸਰਕਾਰ ਇਹ ਬਾਊ ਜੀ ਪਿਆਰਿਓ ਐਡੇ ਸੋਹਣੇ ਬਾਊ ਤੇ ਇੰਨੀ ਲੇਟ ਬੁਲਾਉਂਦੇ ਹੋ। ਸਦਕੇ ਜਾਵਾਂ ਸਰਦੀਆਂ ਚ ਤੇ ਹਰ ਹਫਤੇ ਬੁਲਾਇਆ ਕਰੋ, ਖਰਚਾ ਵੱਧ ਜਾਂਦਾ ਜੇ ਸਾਡੇ ਤੇ ਕੋਲ ਹੀ ਨਹੀਂ ਪੂਰੇ ਹੁੰਦੇ। ਹਾਏ ਹਾਏ मैंने आपको कॉल की थी लेकिन आप किसी उर्स पे कवाली के लिए गए हुए थे। ਓ ਭਾਈ ਜਾਨ ਏਡੀ ਠੰਡ ਚ ਤੇ ਅਸੀਂ ਕਿਸੇ ਜਨਾਜ਼ੇ ਤੇ ਨਹੀਂ ਜਾਂਦੇ, ਉਰਸ ਤੇ ਕਿੱਥੇ ਜਾਣਾ ਸੀ। सर्दियों ਨੂੰ ਕਿਤੇ ਨਹੀਂ ਤੁਸੀਂ ਜਾਂਦੇ ਤੇ ਗਰਮੀਆਂ ਨੂੰ ਕਿਹੜੇ ਕਰਾਟੇ ਖੇਡਦੇ ਹੋ ਤੁਸੀਂ। ਓ ਮਰੇ ਸ਼ੌਕ ਯਾਰ ਰਿਕਵੈਸਟ ਕਰਕੇ ਇੱਥੇ ਸੱਦਣ ਕਰਨ ਜ਼ਰਾ ਨਿਗ ਨਗੌਰ ਹੁੰਦਾ ਪੁੱਤਰ। ये क्या कह रहे हैं आप? निग नगौर वॉम कहें आप? वॉम बहुत शौक है हो, बल्कि सर से पा तक शौक है। ਉਹ ਬੱਚਿਆ ਸਰਦੀਆਂ ਦੀ ਗੱਲ ਕਰਨ ਦੇ ਆ ਵਾ ਕਾਕਾ, ਜ਼ਰਾ ਇੱਥੇ ਥੋੜਾ ਜਿਹਾ ਮੈਕ ਚੈਂ ਬਣ ਜਾਂਦਾ ਏ, ਧੋਰਮੇ ਆ ਜਾਂਦੇ ਨੇ, ਕੰਬਲ ਹੀ ਪੈਸੇ ਪੁੱਤਰ ਲੱਭ ਜਾਂਦੇ ਨੇ ਪੈਸੇ। ਹੁਣ ਸਮਝ ਆਈ ਜੇ ਬਹੁਤ ਖਰਚਾ ਵੱਧ ਜਾਂਦਾ। ਰਜ਼ਾਈਆਂ ਨਵੀਆਂ ਬਣਵਾਉਣੀਆਂ ਸਨ, ਬਾਬੇ ਹੋਰਾਂ ਦੀ ਸਾਰੀ ਰਜ਼ਾਈ ਟੁੱਟ ਗਈ ਹੈ। ਟੁੱਟ ਗਈ, ਪਾਪੜ ਦੀ ਬਣੀ ਸੀ। ਹਾਂਜੀ ਰਜ਼ਾਈ ਹੈ ਕਿ ਬੇਟਾ ਪਲੇਟ ਟੁੱਟ ਗਈ। ਉਸੇ ਰਜ਼ਾਈ ਚੋਂ ਬਿੱਲੀ ਸੌਂਦੀ ਏ। ਸਦਕੇ ਜਾਵਾਂ ਅੱਜ ਜਾ ਕੇ ਗੌਰ ਨਾਲ ਵੇਖਣਾ, ਸਾਰੀ ਰਜ਼ਾਈ 'ਚ ਗਿਲਟੀਆਂ ਬਣ ਗਈਆਂ ਅੱਜ। ਉਹਦੇ ਕੋਲ ਹੁਣ ਜਾਨ ਛੁਡਾ ਲਓ, ਤੁਹਾਡੀਆਂ 7 ਨਸਲਾਂ ਉਸ ਰਜ਼ਾਈ 'ਚ ਵੱਡੀਆਂ ਹੋਈਆਂ। ਰਜ਼ਾਈ ਖੋਲੀਏ ਤੇ ਉੱਤੇ ਲੈਣ ਜੋਗੀ ਨਹੀਂ। ਉਹਦੀ ਫਿਰ ਜਨਾਬ ਗੱਠੜੀ ਬਣਾ ਕੇ ਤੇ ਉਹਨੂੰ ਜੱਫੀ ਲਾ ਕੇ ਸੌਂਦੇ ਜੀ। ਬਾਊ ਜੀ ਇਹਨਾਂ ਦੀ ਜਿਹੜੀ ਰਜ਼ਾਈ ਹੈ ਨਾ ਉਹ ਰੂਹ ਨਾਲ ਗਰਮ ਨਹੀਂ, ਉਹ ਮੈਲ ਨਾਲ ਗਰਮ ਹੈ। ਔਰ ਜਨੇਦ ਸਾਹਿਬ ਰਜ਼ਾਈ ਨੂੰ ਧੁੱਪ ਲਵਾਣੀ ਹੋਵੇ ਤੁਹਾਨੂੰ ਤੈਅ ਕਰਕੇ ਲਿਜਾਈਦਾ ਨਾ ਉੱਤੇ, ਇਹ ਬਾਬੇ ਦੀ ਰਜ਼ਾਈ ਨੂੰ ਦਾਬੜੇ 'ਚ ਪਾ ਕੇ ਲਿਜਾਂਦੇ ਤੈਅ ਤੇ ਹੁੰਦੀ ਨਹੀਂ ਉਹ। वाकई ਹਾਂਜੀ ਜੁਨੈਦ ਸਾਹਿਬ, ਰਜ਼ਾਈ ਤੁਸੀਂ ਵੇਖੋ ਤੁਹਾਨੂੰ ਲੱਗੇਗਾ ਸ਼ੋਰੇ ਵਾਲੀ ਪਿਆਲੀ 'ਚ ਰੋਟੀ ਥੋੜੀ, ਔਰ ਐਡੀ ਕਰਮਾਂ ਵਾਲੀ ਰਜ਼ਾਈ ਹੈ, ਉਹਨੂੰ ਜਦੋਂ ਚੁੱਕੋ ਥੱਲੇ ਚੂਹਾ ਨਿਕਲਦਾ ਔਰ ਕਿੰਨੀ ਦੇਰ ਚੂਹਾ ਦੌੜਦਾ ਵੀ ਨਹੀਂ, ਚੁੱਕੇ ਵਿਚਾਰਾ ਨਿੱਗਾ ਹੋਇਆ। ਇੱਕ ਵਾਰ ਰਜ਼ਾਈ ਚੁੱਕੀ ਹੈ ਤਾਂ ਥੱਲੇ ਚੂਹਾ ਨਹੀਂ ਨਿਕਲਿਆ ਤੇ ਬਾਬੇ ਨੇ ਰੌਲਾ ਪਾਤਾ, ਉਹ ਮੈਂ ਇਕੱਲਾ ਰਹਿ ਗਿਆ, ਉਹ ਮੈਂ ਇਕੱਲਾ ਰਹਿ ਗਿਆ। ਇਹਦੇ ਅੱਲਾ ਦਾ ਸ਼ੁਕਰ ਹੈ ਬਾਬਾ ਰੌਲਾ ਪਾਣ ਡਿਆ ਤੇ ਉਧਰੋਂ ਚੂਹਾ ਦੌੜਦਾ ਆਇਆ, ਹੱਫਦਾ ਆਇਆ ਵਿਚਾਰਾ। ਉਹਨੇ ਆ ਕੇ ਗਿਆ ਚਾਚਾ ਜੀ ਮਾਫ ਕਰ ਦੇਣਾ, ਤੁਹਾਡੀ ਰਜ਼ਾਈ ਦੀ ਸਮੈਲ ਨਾਲ ਮੇਰੀ ਤਬੀਅਤ ਖਰਾਬ ਹੋ ਗਈ ਸੀ, ਮੈਂ ਟੀਕਾ ਲਵਾਉਣ ਗਿਆ। ਉੱਤੋਂ ਕੋਲਿਆਂ ਵਾਲੀ ਅੰਗੀਠੀ ਬਾਹਰੋਂ ਕੋ ਚੁੱਕ ਕੇ ਲੈ ਗਏ। ਹੁਣ ਇੱਟਾਂ ਜੋੜ ਕੇ ਤੇ ਬਾਬੇ ਨੇ ਫਰਸ਼ ਤੇ ਕੋਲੇ ਪਖਾਏ ਨੇ ਤੇ ਫਰਸ਼ ਪਾੜ ਗਿਆ। ਇੱਕਦਮ ਧਮਾਕਾ ਹੋਇਆ ਤੇ ਬਾਬਾ ਕੰਨਾਂ ਤੇ ਹੱਥ ਰੱਖ ਕੇ ਕਹਿੰਦਾ ਲੰਮੇ ਪੈ ਜਾਓ, ਲੰਮੇ ਪੈ ਜਾਓ। ਲੇਟ ਗਿਆ, ਮੈਂ ਕਿਹਾ ਉੱਠ ਪਾਉਣ ਜੋ ਹੋਣਾ ਸੀ ਹੋ ਗਿਆ। ਕਹਿੰਦਾ ਮੈਂ ਨਹੀਂ ਉੱਠਣਾ, ਪਹਿਲੇ ਮੈਨੂੰ 50 ਲੱਖ ਇਮਦਾਦ ਦਿਓ। ਧਮਾਕੇ ਦੀ ਆਵਾਜ਼ ਸੁਣ ਕੇ ਉੱਤੋਂ ਮਾਲਕ ਮਕਾਨ ਥੱਲੇ ਆ ਗਿਆ। ਉਹਨੇ ਕਿਹਾ ਤੁਹਾਨੂੰ ਲਵੇ ਮੌਲਾ, ਤੁਸੀਂ ਅੰਦਰ ਮਜ਼ਾਇਲ ਫਿੱਟ ਕੀਤੇ। ਉਹ ਤੇ ਸ਼ੁਕਰ ਹੈ ਅੱਲਾ ਦਾ, ਉਹਨੇ ਕਿਧਰੇ ਥਾਣੇ ਫੋਨ ਨਹੀਂ ਕੀਤਾ। बाबा सर्दी है लेकिन ऐसी कोई क़यामत की सर्दी भी नहीं है जिस तरह आप रोना मचा रहे हैं। बेटा तू कूड़े, तेनू कित्थों ठंड लगनी? तेनू मेहदी हसन दी गजल समझ आंदी होवे ना ते फिर तेनू ठंड लगे। ये क्या तो जी आपकी, ये दोनों स्टार्स भी तो आपके खानदान से ही है ना? नहीं नहीं नहीं, इनके खानदान से हम बहुत अमीर हो गए। ये देखिए ये वही बहुत अमीर हो गए ने, डॉक्टर ने भी बहाया, कहते लेट आए हुए तो बहुत अमीर हो गए। लेकिन उनको तो सर्दी नहीं लग रही, दोनों ने हाफ स्लीव पहनी हुई है। हाँ देखिए सर्दी लग ही नहीं सकती। नहीं। ये यंग ब्लड है, मैं फर्स्ट ब्लड। नहीं पुत्र, तू फर्स्ट ब्लड नहीं, तू किंग कॉन्ग है। ये किंग कॉन्ग है ते अब्बा इहदा किंग वजांदा सी। ਨਾਲ ਕਹਿੰਦਾ ਫਿਰਦਾ ਸੀ ਮੈਨੂੰ ਪਾਰ ਲੰਘਾ ਦੇਵੇ, ਮੈਨੂੰ ਪਾਰ ਲੰਘਾ ਦੇਵੇ। फोक सिंगर थे? नहीं जी नहीं, अन्ना सी।
ਸੜਕ ਦੇ ਕਿਨਾਰੇ ਤੇ ਖਲੋ ਕੇ ਕਹਿੰਦੇ ਸੀ ਨਾ ਮੈਨੂੰ ਪਾਰ ਲੰਘਾ ਦੇ, ਫਿਰ ਉਧਰ ਛੱਡ ਆਉਂਦੇ ਹਨ, ਫਿਰ ਉਧਰੋਂ ਕਹਿੰਦੇ ਸੀ ਮੈਨੂੰ ਪਾਰ ਲੰਘਾ ਦੇ, ਫਿਰ ਵਾਪਸ ਇੱਧਰ ਛੱਡ ਜਾਂਦੇ ਸੀ। ਇੱਕ ਦਿਨ ਉਹਨਾਂ ਦੇ ਮੂੰਹ ਚੋਂ ਨਿਕਲ ਗਿਆ ਮੇਰੇ ਤੋਂ ਕਾਰ ਲੰਘਾ ਦੇ, ਬਸ ਉਹਨੇ ਲੰਘਾਤੀ ਫਿਰ। कार कोई आम कार नहीं थी, ब्लैक मस्टडी थी। कार वाले ने साथ 2 लाख का चेक भी दिया था। हाँ जी हाँ जी, ਉਹਦੇ ਬਾਅਦ ਇਹਨਾਂ ਫਿਰ ਬਿਜ਼ਨਸ ਬਣਾ ਲਿਆ ਜੀ, ਉਹਨੇ ਸਾਰੇ ਭਰਾ ਗੱਡੀ 'ਚ ਵੱਜ ਕੇ ਪੈਸੇ ਮੰਗਦੇ। ਕਿਸੇ ਮਹਿਮਾਨ ਨੇ ਇਹਨਾਂ ਦੇ ਘਰ ਆਉਣਾ ਹੋਵੇ ਤਾਂ ਪੁੱਛਦਾ ਪੁੱਤ ਗੱਡੀ 'ਚ ਵੱਜਣ ਵਾਲੇ ਕਿੱਥੇ ਰਹਿੰਦੇ ਤੇ ਜਨੇਸ਼ ਸਾਹਿਬ ਇਹਦੀਆਂ ਉਂਗਲਾਂ ਆਪ ਇੰਜ ਨਹੀਂ ਹੋਈਆਂ, ਗੱਡੀ 'ਚ ਵੱਜਣ ਨਾਲ ਹੋਈਆਂ ਨੇ। शोखाना हाँ बहुता डब्बे खा, मैं डब्बे 'ਚ जुत्ती रख देनी है। ਕੈਸੇ ਸ਼ੋਖੇ ਨੇ, ਐਵੇਂ ਫੁੱਲ ਬੂਟੇ ਬਣਾ ਕੇ ਸਿਰ ਮੂੰਹ ਤੇ ਸਿੰਗਰ ਬਣੇ ਨੇ। ਚੰਗਾ ਭਲਾ ਮੈਂ ਜੁਨੈਦ ਸਾਹਿਬ ਇਹਨਾਂ ਦੋਵਾਂ ਨੂੰ ਕੰਮ ਤੇ ਪਾਇਆ ਸਜੇ, ਉੱਥੇ ਲੱਕੜ ਦੇ ਥੋੜੇ ਨਾਲ ਚਮੜਾ ਕੁੱਟਦੇ ਸਨ। ਉਹ ਪਰਲੇ ਸ਼ੋਖੇ ਨੇ ਇੱਕ ਦਿਨ ਮਾਲਕ ਦੇ ਟਿਫਨ 'ਚ ਰੋਟੀ ਕੱਢ ਕੇ ਖਾ ਲਈ, ਉਹਨੇ ਦੋਵਾਂ ਨੂੰ ਕੱਢ ਛੱਡਿਆ। ਔਰ ਇਹ ਮਾਫ ਕਰ ਛੱਡਦਾ ਮਾਲਕ, ਖਾਦੇ ਵੀ ਨਾਮ ਰਾਤ ਨੇ ਖਸ਼ਖਾਸ਼ ਵਾਲੇ ਕੋਫਤੇ ਨੇ। ਔਰ ਖਾਨ ਦਾ ਤੇ ਐਡਾ ਭੈੜਾ ਮੇਰੀ ਦਵਾਈ ਖਾ ਜਾਂਦਾ। हजूरे वाला, मैंने आपके तारुफ में अर्ज की थी कि आप लोग सर्दी की शिद्दत को सुरों की हिद्दत से कम करें। ओ बेटे, जितनी सर्दी पड़ रही है इसकी शिद्दत सुरों की हिद्दत पे हावी है। ਉਹ ਦੰਦ ਠਰਦੇ ਨੇ ਮੇਰੇ ਠਰ ਠਰ ਕੇ, ਉਹ ਰਾਤ ਲੰਘਦੀ ਏ ਮੇਰੀ ਮਰ ਮਰ ਕੇ। ਦੰਦ ਠਰਦੇ ਨੇ ਮੇਰੇ ਠਰ ਠਰ ਕੇ, ਰਾਤ ਲੰਘਦੀ ਏ ਮੇਰੀ ਮਰ ਮਰ ਕੇ। ਮਨ ਜਾਵੇ ਕਿਧਰੋਂ ਹੀਟਰ ਮੰਗਾ ਦੇ, ਕੋਲਿਆਂ ਦੀ ਅੰਗੀਠੀ ਪਖਾ ਦੇ। ਤੈਨੂੰ ਮਿੰਨਤਾਂ ਪਾਈਆਂ ਵੇ ਠੰਡੀਆਂ ਰਜ਼ਾਈਆਂ ਵੇ, ਉਹ ਭਾਈਆ ਮੇਰੀ ਠੰਡੀਆਂ ਰਜ਼ਾਈਆਂ ਵੇ, ਪਤਲੀ ਰਜ਼ਾਈਆਂ ਵੇ, ਉਹ ਬਾਬਾ ਤੇਰੀ ਟੁੱਟੀਆਂ ਰਜ਼ਾਈਆਂ ਵੇ, ਪਤਲੀ ਰਜ਼ਾਈਆਂ ਵੇ, ਉਹ ਭਾਈਆ ਮੇਰੀ ਪਤਲੀ ਰਜ਼ਾਈਆਂ ਵੇ। ਮਨ ਜਾਵੇ ਮੈਨੂੰ ਹੀਟਰ ਮੰਗਾ ਦੇ, ਕੋਲਿਆਂ ਦੀ ਅੰਗੀਠੀ ਪਖਾ ਦੇ। ਤੈਨੂੰ ਮਿੰਨਤਾਂ ਪਾਈਆਂ ਵੇ ਪਾਟੀਆਂ ਰਜ਼ਾਈਆਂ ਵੇ, ਉਹ ਬਾਬਾ ਮੇਰੀ ਟੁੱਟੀਆਂ ਰਜ਼ਾਈਆਂ ਵੇ। मजा आया जनाब? हाँ, वो बाबा जी के रजाई वाले गाने का मजा है। तो फिर मंगा लो दफ्तर चो रजाई जिड्डा चेक। ये रजाई की जान अब छोड़ दे यार। ਇਹ ਤਾਂ ਛੱਡਦੇ ਨੇ ਰਜ਼ਾਈ ਦੀ ਜਾਨ, ਰਜ਼ਾਈ ਨਹੀਂ ਇਹਨਾਂ ਦੀ ਜਾਨ ਛੱਡਦੀ। ਮਤਲਬ 70 ਵਾਰਾਂ ਗਵਾਚੀਆਂ ਫੇਰ ਲੱਭ ਜਾਂਦੀ। ਇੱਕ ਵਾਰੀ ਤੇ ਬਾਹਰ ਵੀ ਸੁੱਟ ਛੱਡੀ ਸੀ, ਉਹ ਕੋ ਬੰਦਾ ਲੰਘਦਾ ਫੇਰ ਚੁੱਕ ਕੇ ਸਾਨੂੰ ਫੜਾ ਗਿਆ। ਉਹ ਮੈਂ ਕਿਹਾ ਪੁੱਤਰ ਰਹਿਣ ਦੇ, ਸੁੱਟ ਛੱਡ ਪਰਾਂ, ਇਹ ਖਰਾਬ ਹੋ ਗਈ ਹੈ। ਕਹਿੰਦਾ ਚਾਚੇ ਉਹ ਖਰਾਬ ਤੇ 4 ਸਾਲ ਪਹਿਲੇ ਹੋ ਗਈ ਸੀ। 4 ਸਾਲ ਵੀ ਤੇ ਖਰਾਬ ਨਾਲ ਹੀ ਕੱਢੇ ਜੇ, ਤੇ 4 ਹੋਰ ਕੱਢ ਲਵੋ। ਰਜ਼ਾਈ ਤੇ ਔਖੇ ਸੌਖੇ ਹੋ ਗਏ 4 ਸਾਲ ਕੱਢ ਲੇਗੀ, ਬਾਬਾ 4 ਸਾਲ ਕਿਵੇਂ ਕੱਢੇਗਾ? ਉਹ ਬਾਜ਼ ਆ ਜਾ ਮੱਝ ਦੇ ਟਰੈਕ ਸੂਟ। ਤੇ ਆਪਣੇ ਵੀ ਢੋਲਕੀ ਵਾਲਾ ਦਾ ਸਿਰ ਵੇਖੋ ਫਿਰ। ਜਨੇਸ਼ ਸਾਹਿਬ ਇਹਦੇ ਕੋਲ ਸਰਦੀਆਂ ਨਹੀਂ ਨਿਕਲਦੀਆਂ, ਗਰਮੀਆਂ ਤੇ ਕੱਢ ਲੈਂਦਾ। ਗਰਮੀਆਂ ਨੂੰ ਇਹ ਗਿੱਲੀ ਮਿੱਟੀ ਦਾ ਲੇਪ ਕਰ ਦਿੰਦੇ ਤੇ ਸਿਰ ਤੇ ਠੰਡਾ ਰਹਿੰਦਾ। ਮੈਂ ਤੇ ਮਸ਼ਵਰਾ ਦਿੱਤਾ ਹੈ ਕਿ ਸਰਦੀਆਂ ਨੂੰ ਗਰਮ ਹਲਵਾ ਮਲ ਛੱਡਿਆ ਕਰੋ ਸਿਰ ਤੇ। ਭੂੰਡਾਂ ਬਹੁਤ ਸ਼ੌਕ ਹੈ ਤੂੰ ਨਾਮ ਮੁਰਾਦਾ, ਜਦੋਂ ਤੈਨੂੰ ਗੁੱਸਾ ਚੜੇ ਤੂੰ ਫਨਕਾਰ ਆਦਮੀ ਹੈ ਸਿਬਲੀ, ਉਹਦੇ ਮਗਰ ਪੈ ਜਾਂਦਾ। ਜਿਵੇਂ ਮੀਡੀਆ ਨੂੰ ਜਦੋਂ ਗੁੱਸਾ ਚੜੇ ਉਸਮਾਨ ਬੁਜ਼ਦਾਰ ਦੇ ਮਗਰ ਪੈ ਜਾਂਦਾ। ਹਾਏ ਹਾਏ ਸੋਹਣਾ ਬੁਜ਼ਦਾਰ, ਓਏ ਮੋਢਿਆਂ ਤੇ ਸੂਬੇ ਵਾਲਾ ਭਾਰ ਜੋ ਹੈ, ਓਏ ਮੋਢਿਆਂ ਤੇ ਸੂਬੇ ਵਾਲਾ ਭਾਰ ਜੋ ਹੈ, ਕੁਝ ਵੀ ਹੋਵੇ ਬੁਜ਼ਦਾਰ ਜੋ ਹੈ। ਕਿਉਂ ਭਾਈਏ ਦਾ ਚੁੱਪ ਮਾਏ ਦਾ ਗਿਲਾ ਕਰਾਂ, ਓਏ ਮੈਂ ਤਾਂ ਲੱਖ ਵਾਰੀ ਬਿਸਮਿल्लाह ਕਰਾਂ, ਓਏ ਬਿਸਮਿल्लाह ਕਰਾਂ। ਅੱਗੇ ਪਿੱਛੇ ਓਏ ਅੱਗੇ ਪਿੱਛੇ ਜੀਪਾਂ ਦੀ ਕਤਾਰ ਜੋ ਹੈ, ਓਏ ਅੱਗੇ ਪਿੱਛੇ ਜੀਪਾਂ ਦੀ ਕਤਾਰ ਜੋ ਹੈ, ਲੰਘਦਾ ਏ ਬੰਦ ਬਾਜ਼ਾਰ ਜੋ ਹੈ। ਕਿਉਂ ਢੋਲਦਾ ਪ੍ਰੋਟੋਕੋਲ ਦਾ ਗਿਲਾ ਕਰਾਂ, ਓਏ ਮੈਂ ਤਾਂ ਲੱਖ ਵਾਰੀ ਬਿਸਮਿल्लाह ਕਰਾਂ, ਓਏ ਬਿਸਮਿल्लाह ਕਰਾਂ। ਇਹ ਗਾਣਾ ਇਹਨੇ ਇੰਨਾ ਗਾਇਆ ਇਹਦੀ ਸ਼ਕਲ ਉਸਮਾਨ ਬੁਜ਼ਦਾਰ ਨਾਲ ਮਿਲਣ ਲੱਗ ਪਈ। ਵਾਹ ਵਾਹ ਵਾਹ, ਵਜ਼ੀਰ ਆਲਾ ਉਸਮਾਨ ਬੁਜ਼ਦਾਰ। ਇਹੋ ਜਿਹੇ ਬੰਦੇ ਦੀ ਲਾਜ਼ਮਨ ਆਪਣੇ ਇਲਾਕੇ ਦੇ ਐਸਡੀਓ ਨਾਲ ਲੜਾਈ ਹੁੰਦੀ ਹੈ।
اور لڑائی تو بعد ایسا بندہ اپنے سر چ ہاتھ مارن دیا ہوتا ہے، میں ہی غلط ہوں، میں ہی غلط۔ ہائے عثمان بزدار ایسا سادہ وزیر اعلی لاتا ہے، یہو جہا بندہ تانوں پنچایت چ بیٹھا زیادہ تو زیادہ یہ کہندا نظر آئے گا میری تریجی مجھ چوری تھی گئی تے پرچہ نہیں تھیندا پیا۔ یہو جہے شریف آدمی دا قربانی والا لیلا لازمن سٹ والا نکل آتا ہے، اور کو دھیان پوائے نا تے تہاڈا لیلا لنگڑا ہو کے نہیں ٹر رہا، کہندے نہیں اس کا سٹائل ہے۔ بزدار صاحب ہمارے وزیر اعلیٰ ہیں۔ بسم اللہ جناب ساڈے سر متھے تے مگر سانو رضائی تے لے کے دین اینی ٹھنڈ چن بابا لیمینیشن کرا لئیے۔ دیکھیں نئی رضائی تو مشکل ہے، فنڈز نہیں ہے گورنمنٹ کے پاس، البتہ آپ کی پرانی رضائی میں روئی اور ڈلوا دیتے ہیں، ٹھیک ہے؟ او سر جی او سر رضائی جی رون تد پاؤن گے جے پرانا رون نکلے گا تے وہ نہیں نکلنا، وہ جم گیا اندر۔ ہاں جی ہاں جی، جی میں 60 بجے تے خون نہیں جم جاتا۔ ناظرین یہاں مجھے لینی ایک چھوٹی سی کمرشل بریک، ہمارے ساتھ رہیے گا۔ جب سے بلاول صاحب سیاست میں آئے کبھی ایک لمحے کے لیے بھی کسی بھی خوشگمانی کا میں شکار نہیں رہا بلاول کے حوالے سے کہ بلاول کبھی بھی پاکستان کو بہت اچھے طریقے سے سرو کر سکتا ہے، لیکن مجھے افسوس ہے پچھلے کچھ ہفتوں کے دوران اور خاص طور پہ پچھلے ایک ہفتے کے دوران بلاول صاحب نے جس طرز سیاست کا اور جس زبان کا استعمال کرنا شروع کر دیا ہے وہ انتہائی نازیب ہے، انتہائی افسوسناک ہے۔ یار جنید کل بلاول بھٹو یرداری نے خوب چلبلی گفتگو کی ہے۔ تمہیں اس میں کون سا چلبلا پن نظر آیا ہے؟ نہیں وہ انہوں نے جب وہ شادی کا شیروانی والا سوال کیا تو کہتا ہے 4 شادی ہی کروں گا ہر صوبے میں۔ اچھا تو اس کا مطلب ہے کہ پاکستان کے جب 4 صوبے بنائے گئے تھے تو یہی بات پیش نظر تھی۔ یہ بات پیش ہے نا، وہ تو اس نے ہمیں میاخی کیا ہے نا۔ یار ویسے سچی بات بتاؤں مجھے نا کبھی بھی جب سے بلاول صاحب سیاست میں آئے کبھی ایک لمحے کے لیے بھی کسی بھی خوشگمانی کا میں شکار نہیں رہا بلاول کے حوالے سے کہ بلاول کبھی بھی پاکستان کو بہت اچھے طریقے سے سرو کر سکتا ہے، لیکن مجھے افسوس ہے پچھلے کچھ ہفتوں کے دوران اور خاص طور پہ پچھلے ایک ہفتے کے دوران بلاول صاحب نے جس طرز سیاست کا اور جس زبان کا استعمال کرنا شروع کر دیا ہے وہ انتہائی نازیب ہے، انتہائی افسوسناک ہے۔ مثلاً تم دیکھو کہ جو کل انہوں نے بلاول صاحب نے شیخ رشید کے بارے میں زبان استعمال کی ہے، یعنی اسی تقریر میں بلاول صاحب نے کہا ہے، دوسرے سیاستدانوں کو یہ نصیحت کی ہے کہ سیاستدان جو ہیں وہ گالم گلوچ سے پرہیز کریں، بد زبانی نہ کریں، پارلیمانی فورم استعمال کریں، لیکن اگلے ہی لمحے انہوں نے شیخ رشید کے بارے میں گفتگو کی ہے اور اسی سانس میں یہ بھی کہا ہے کہ میں شیخ رشید کے بارے میں وہی زبان استعمال کر رہا ہوں جو رانا ثناء اللہ کرتا ہے، اور پھر انہوں نے کہا ہے کہ شیخ رشید پنڈی کے گٹروں کا پانی ہے، بے غیرت ہے اور پنڈی کا شیطان ہے۔ بہت ہی بری بات ہے اس طرح کی گفتگو، خاص طور پہ عمر کا بھی کوئی لحاظ کرنا چاہیے۔ ویسے تو شیخ صاحب کو بھی تھوڑا سا ہاتھ تھوڑا رکھنا چاہیے کہ بچے کے ساتھ گفتگو کیسی کرتے ہیں۔ شیخ صاحب نے بڑا بڑا برا جملہ کہا، بہت یعنی انتہائی افسوسناک نہیں، انتہائی غلیظ بات کی ہوئی ہے شیخ رشید نے بھی، اور آپس میں رانا ثناء اللہ اور شیخ رشید ایک دوسرے کے مگر اس ساتھ کا بلاول کا وعدہ یہی تھا کہ یہ نہ کرتا ہے۔ اور دوسری جو انہوں نے اپنے آپ کو ڈسکریڈٹ کیا ہے یا اپنا ایک ریکارڈ میں نام لکھوا لیا، برے ریکارڈ میں نام لکھوا لیا ہے، وہ یہ ہے کہ کسی بھی سیاسی جماعت کے سربراہ نے اس سطح پر آ کر غلیظ زبان استعمال نہیں کی۔ نواز شریف صاحب کے بھی 2-4 جملے ریکارڈ پہ ہیں جن پر اعتراض کیا جا سکتا ہے، لیکن غلاظت کی یہ انتہا نہیں ہے۔ عمران خان اوئے توئے کرتے رہے ہیں لیکن کبھی غلیظ جملہ کسی کے بارے میں نہیں کہا۔ ایون بلاول کے والد صاحب آصف زرداری نے بھی کبھی زبان اس طرح کی استعمال نہیں کی کہ کوئی ایک مہذب شخص کہے کہ یہ آپ نے کیا لفظ استعمال کیے کسی کے۔ تو میرا خیال ہے بلاول صاحب کو یہ مطلب خیال رکھنا چاہیے تھا کہ وہ کوئی دوسرے درجے کے سیاستدان نہیں ہے، ایک بڑی سیاسی جماعت کے سربراہ ہیں، اور انہوں نے اپنے آپ کو ایک لمحے میں آکسفورڈ یونیورسٹی کے آسمان سے جہاں پر شیخ رشید صاحب اور رانا ثناء اللہ صاحب جس پتال میں کھڑے ہیں اس سے بھی نیچے گرا لیا ایک لمحے میں۔ ایک احساس کرنا چاہیے تھا، پارٹی کے ہیڈ ہے، آکسفورڈ یونیورسٹی کے تعلیم یافتہ ہیں، اور مطلب آپ نے کیا کیا ایک لمحے کے اندر؟ ہاں نہیں بالکل بالکل، گو شیخ صاحب کی جو گفتگو ہے اس کا جواب اسی طرح غلیظ ہی
गुस्से में बंदा देगा, मगर ये नहीं था देना चाहिए। अच्छा, बिलावल को खास तौर पे जो एक पार्टी के सरबराह हैं और पढ़े लिखे आदमी, हाँ पढ़े लिखे आदमी, और शुरू में बिलावल ने जिस लबो लहजे में गुफ्तगू की थी सियासत में आने के बाद, तो लोगों को ये गुमान था कि ये कम अज कम मुहज्जब अंदाजे सियासत ही अपनाएंगे, इसलिए अचानक या तो वो डेस्परेट हो गए, फिर डेस्परेट होके उन्होंने सिर्फ बदजुबानी नहीं शुरू की, उन्होंने तारीख को भी मसक करना शुरू कर दिया है। मसलन उन्होंने ये 2-3 दिन पहले कहा है कि दूसरों पर तनकीद करते हुए कहा है जी फलां मार्शाल्लाह की पैदावार फलां नहीं, और उन्होंने जो सबसे दिलचस्प बात ये की है, उन्होंने कहा है कि भुट्टो को सिकंदर मिर्जा और अयूब खान ने मेरिट पे बनाया था। ओ बिलावल साहब, खुदा का नाम लें, आपने तारीख ऑक्सफोर्ड यूनिवर्सिटी से पढ़ी है, आपने सियासियात भी ऑक्सफोर्ड यूनिवर्सिटी से पढ़ी हुई है, एक लम्हे को तारीख की कोई किताब खोल के देख लेते कि आपके नाना अब्बू को मेरिट पर वजीर नहीं बनाया गया था। और वैसे भी एक डिक्टेटर का मेरिट होता क्या है? एक डिक्टेटर का मेरिट सिवाय जाती वाकफियत के और कुछ नहीं होता। और आपके नाना अबू को भी पहली बार जब सिकंदर मिर्जा ने वजीर कॉमर्स बनाया था तो किसी मेरिट पे नहीं बनाया था, बल्कि सिकंदर मिर्जा की जो अहलिया थी नाहिद अमीर तैमूर, नाहिद ने अपने शोहर सिकंदर मिर्जा से आपकी सिफारिश करके, आपके नाना अबू की सिफारिश करके उनको वजीर बनवाया था। और ये जो सिकंदर मिर्जा की अहलिया नाहिद अमीर तैमूर थी, ये ईरान के वजीर दाखिला अमीर तैमूर की बेटी थी, और उस अमीर तैमूर की जो थी उस वक्त के शाह ईरान से बहुत ज्यादा कुर्बत थी, उसका भी फायदा उठाते थे। अब यहां से भी अंदाजा लगाया जा सकता है कि पाकिस्तान के अंदरूनी मामलात में ये आलमी ताकतें किस कदर दखील थी। और बाकी रह गई जमहूरियत के साथ उनका प्यार, फौजी जो डिक्टेटर है या मार्शल है उनसे उनके अंदर पाई जाने वाली नफरत, तो वो भी मैं आपकी खिदमत में अर्ज कर देता हूं कि भुट्टो मरहूम जो थे वो पाकिस्तान के पहले सियासतदान थे जो इस हद तक चले गए थे कि जब वो अयूब खान के बहुत करीब आ गए थे तो उन्होंने जोश जज्बात में यानी अयूब की कुर्बत हासिल करने के चक्कर में यहां तक कह दिया था, ये मशवरा दे डाला था ऑफिशियली अयूब खान को कि हर जिले के डिप्टी कमिश्नर को मुस्लिम लीग का जिले सदर बना दिया जाए। वुड यू बिलीव इट? भुट्टो साहब ने अयूब को ये मशवरा दिया था कि हर जिले के डिप्टी कमिश्नर को जिले सदर मुस्लिम लीग बना दिया जाए ताकि वो वहां पे मुस्लिम लीग का काम ज्यादा मुस्तहकम अंदाज में कर सके और अयूब की जो पॉपुलैरिटी है उसको यकीनी बनाया जा सके। तो ये है आपके नाना की जमहूरी खिदमत, ये ज़हन में रखा करें। अब बिल्कुल बहुत बड़ा सियासतदान हुए हैं भुट्टो साहब, मगर यह है हर बंदे के अंदर गलतियां भी मौजूद हैं। इस मुल्क के अंदर प्योर जमहूरियत तो किसी के हाँ भी नहीं पाई जाती। बिल्कुल सही। कोई भी हो पूरी तारीख चौक के देख ले, किसी के हाँ भी प्योर जमहूरियत नहीं है। दूसरी बात यह है कि मैं हैरान हूं कि बिलावल साहब किस मुंह से मेरिट की बात कर रहे हैं। आप खुद हजूरे वाला किस मेरिट की बुनियाद पे पीपल्स पार्टी के सरबराह मुंतखब हुए हैं? उस पीपल्स पार्टी जिसमें इत्तेजाज एहसन है, जिसमें रजा रब्बानी है, जिसमें शहरी रहमान है। आपका मेरिट सिर्फ यही है ना कि आप आसिफ जरदारी और मोहतरमा बेनजीर भुट्टो के साहबजादे हैं, यही मेरिट है। ये किस जमहूरियत में मेरिट होता है? हाँ, विरासती हुक्मरानी चल रही है, लीडरशिप जो है वो विरासती चल रही है हर पार्टी में। वैसे मैं ईमान से ये टॉपिक की और तरफ को तुम ले गए हो, मैं ये रिक्वेस्ट करनी चाह रहा था आज कि खुदा वास्ते जान दियो लोगों को, अगली जो नस्ल है उसको खूबसूरत जुबान जो है वो इंट्रोड्यूस करो। फर्ज बनता है लोगों को, बच्चों को ये बताओ कि बड़े लोग जो हैं वो बड़ा संभल के, सियासी जमातों का ये फर्ज बनता है कि वो अवाम की पॉलिटिकल ट्रेनिंग करें, और सियासी जमात के सरबराहों का ये दुगना फर्ज बनता है। और आपकी ये बिलावल साहब की यही तर्ज सियासत और उनके वालिद साहब का कि नतीजा ये निकल रहा है कि आज पीपल्स पार्टी का जो मुल्क के अंदर हाल है सो है, वो तो आपको पता ही है कि क्या हाल है। तो पता ना आज बिलावल साहब जो है गैर मुल्की दौरे पर रवाना हुए हैं, अमरीका, जर्मनी और बरतानिया, लेकिन वहां पे एक नेशनल प्रेयर ब्रेकफास्ट हो रहा है अमरीका में। हजारों लोग उसमें शामिल होते हैं, हजारों लोग, गालबन 3,500-4 हजार लोग उसमें शामिल होते हैं। उस खबर को बाकायदा इत्माम करके, तरद्दुद करके पाकिस्तानी मीडिया में उजागर करवाया जा रहा है कि जनाब अली बिलावल की और सदर ट्रंप की मुलाकात हो रही है, ताकि अपनी पार्टी को और अवाम को यह तासुर दिया जा सके कि जनाब बस मुलाकातें शुरू हो गई हैं और अगले हुक्मरान हम ही आ रहे हैं, आप कहीं ना इतनी देर चाहिएगा, तुम बैठो बस मैं आ रहे हैं, मैं सदर, मैं वजीर आजम आ रहा हूँ। और तुम देख लेना आने वाले दिनों में जब ये होगी, मेरा ख्याल गालबन 7 फरवरी को हो रही है कॉन्फ्रेंस, शायद हैंडशेक का मौका भी ना मिले ट्रंप के साथ बिलावल को, लेकिन इस बात को
یقینی بنانے کے لیے کہ کم از کم ہاتھ تو ملایا جا سکے، شہری رحمان کو یہ ذمہ داری سونپی گئی ہے کہ وہ جا کے اس کے لیے لابنگ کریں، پلاننگ کریں کہ ٹرمپ جو ہے کم از کم ہاتھ ہی ملا لے بلاول صاحب سے۔ نہیں یہ کوئی اتنی بڑی بات نہیں ہے، نام لائے موئی لوے۔ ان کے تمہارے لیے نہیں ہے نا، ان کے لیے زندگی موت کا مسئلہ ہے۔ نہیں ویسے مجھے لگ رہا ہے کہ جس طرح کی زبان بول رہا ہے نا بلاول، انہیں وزیر اعظم بن جانا جی۔ پھر ستہ ہی خیر ہے۔ ناظرین یہاں مجھے لینی ایک چھوٹی سی کمرشل بریک، ہمارے ساتھ رہیے گا۔ آپ کبھی ان کو بند اشارے پہ دیکھیں کھڑے ہو؟ یار تو آپ دیکھ لے، تو کتنے کم جانا ہے۔ نہیں عزیزی بھائی، جب اشارہ کھلتا ہے نا، نہیں ہمیں دانشور بن کے تم ہمیں ذمہ داری نہ تو آپ ان کو اشارے پہ دیکھیں، خود دیکھو تم کیا کر رہے ہو؟ یہ تو گھر کے علاوہ نہیں دیکھتا۔ کافی مرتبہ دیکھا لیکن مجھ سے دیکھا نہیں جاتا۔ جب یہ اشارہ کھلتا ہے، جب نکلتے ہیں نا گولی کی طرح، گوں 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 کر کے نکلتے اب واقعی اشارہ کھلتے ہی ان کو ایسے ہوتا ہے کہ جیسے ریس لگ گئی۔ ناظرین اگر یہ ایک حقیقت ہے کہ ہمارے ہاں موٹر سائیکل نے ایک غریب آدمی کے ٹریفک مسائل بہت حد تک حل کر دیے ہیں، تو دوسری طرف یہ بھی ایک تلخ حقیقت ہے کہ اسی موٹر سائیکل پر سواری کرنے والوں نے قانون کو موم کی ناک سمجھ لیے، اور ہمارے اسی رویے کی وجہ سے ٹریفک کے مسائل میں کئی گنا اضافہ ہو گیا۔ ہمارے آج علامتی کٹہرے میں کھڑا ہے ایک موٹر سائیکل سوار۔ یہ موم کی ناک نہیں سمجھتے جناب، قانون کی خاک سمجھتے ہیں یہ موٹر سائیکل والے۔ نہیں سر، قانون تو ان کے پاس سے بھی نہیں گزرتا، اور نہ ان کے کوئی ذہن میں ہوتا ہے کہ جو بائک چلا رہا ہے اس کا بھی کوئی قانون قاعدہ ہے۔ بیسیکلی یہ لوگ موٹر بائک کو ایک وہیکل ہی نہیں سمجھتے۔ جی ہاں، حالانکہ سب سے زیادہ ایکسیڈنٹ موٹر سائیکلوں پہ ہوتی ہے، سب سے زیادہ ٹریفک اموات جو ہیں وہ موٹر سائیکل کی وجہ سے ہوتی ہے۔ سب سے خطرناک سواری موٹر سائیکل ہے۔ جتنا میں سمجھتا ہوں اس کی قانونی حیثیت پکی ہونی چاہیے یا سخت ہونی چاہیے، وہ تو کسی اور دوسری وہیکل کی ہونی نہیں چاہیے۔ اچھا ایک منٹ، آپ بتائیں جی، آپ نے جب اس کو بائک چلاتے ہوئے گرفتار کیا ہے اس وقت اس نے ہیلمٹ پہنا ہوا تھا؟ وہ سر جی ہیلمٹ تو اس نے ٹینکی پہ رکھا تھا، جیسے چھوٹا بچہ بٹھایا ہوا آگے، اور خود ڈانس کر رہا تھا جاتا ہوا ایسے موٹر سائیکل پہ، ایسے کر کے دکھاؤ نا، کر کے دکھاؤ نا۔ دیکھیں میری بات، آپ دیکھ رہے کٹہرے میں آپ کے سامنے کیا ہو رہا ہے؟ وہ جو ایک اور جو فن اس کو منتقل ہوا ہے وہ زیادہ دکھانے کی طرف اس کی توجہ ہوتی ہے، قانون پورے کرنے کی طرف نہیں۔ اچھا دوسری ایک بات بتاؤ کہ تمہیں ذرا احساس نہیں ہوتا کہ جب آپ لوگ دائیں لین میں چلتے ہیں تو آپ اصل میں موت کی لین میں چل رہے ہوتے ہیں، بغیر ہیلمٹ پہنے، بغیر اس کی آپ اس کے لوازمات پورے کیے ہوئے؟ سر آپ بڑے لوگ ہیں، آپ کو کیا پتا موٹر سائیکل والے کی پرابلم کیا ہے؟ بتاؤ تم بتاؤ۔ اور سر جب دفتر ٹائم پہ پہنچنا ہوتا ہے تو آدمی کو نہیں پتا چلتا کہ میں رائٹ لائن پہ ہوں یا لیفٹ لائن پہ ہوں۔ نہیں تو تم دفتر پہنچنے کے لیے نکلو نا، قبرستان اللہ نہ کرے پہنچنے کے لیے نہ نکلو۔ نہیں تو سر وہ جلدی، آپ کو یہ بتا رہے ہیں کہ رائٹ لین تو موت کی لین ہے موٹر سائیکل والے کے لیے۔ لیکن سر جلدی جانے کے لیے یہ کرنا پڑتا ہے سر۔ او بھائی جی پھر تھوڑا سا ٹائم پہ اٹھ جائیں، اور اگر آپ رائٹ لیفٹ موٹر سائیکل کی نکال کے بھی لے کے جائیں تو آپ بعد میں کیلکولیٹ کریں تو 5 نہیں تو 7 منٹ کا فرق پڑتا ہو۔ ان 5-7 منٹوں کی وجہ سے کیوں اپنی زندگی داؤ پہ لگائیں؟ سر اگر 5-7 منٹ کی بات ہے تو آپ گاڑی والوں کو احساس کرنا چاہیے کہ آپ گاڑی ادھر کر لیں، ہمیں گزر جانے دیں۔ اب بھائی جی پہلی بات تو یہ ہے کہ بڑی وہیکل والے کو سجے کھبے کی چھوٹی کم نظر آتی ہے۔ جس طرح یہ ہے سنتے ہیں نا بزرگوں سے کہ جو چیونٹی ہے اس کو انسان کا فرض نہیں ہے کہ اس کو دیکھ کے چلے کہ وہ پیر تھلے نہ آ جائے، چیونٹی خود بچے۔ میں خدا نہ خواستہ موٹر سائیکل والوں کو چیونٹی نہیں کہہ رہا، مگر یہ کہہ رہا ہوں کہ آپ لوگ تو ایک اوپن سواری پہ بیٹھے ہوتے ہیں، آپ کو سجے کھبے گڈیاں گڈیاں نظر آ رہی ہوتی ہیں، تو آپ کو چاہیے کہ سائڈ پہ ہو کے احتیاط سے چلیں۔ چلے آپ کہتے تو مان لیتے ہیں، ویسے معاف کرنا میں نے تو آج تک کسی چونٹی کو یہ کہتے ہوئے نہیں دیکھا وہ اشفاق صاحب آ رہے نے بچ جاؤ۔ مینو تے راج اپنا نام ندیم دسیا تے چیونٹی نو اشفاق دسے۔ میں نے مثال کے طور پہ کہا ہے جی۔ یار ایک منٹ ساری باتیں چھوڑو، مجھے یہ بتاؤ کہ خود تمہیں
ایک لمحے کے لیے بھی خوف یا ڈر محسوس نہیں ہوتا جب دائیں لین میں آپ تیز رفتار گاڑیوں کے جھرمٹ میں بائک یوں چلا رہے ہوتے ہیں؟ اللہ معاف کرے ذرا سا کسی کے ساتھ ٹکرا جائیں کو کسی کے گاڑی کے ساتھ ان کے ٹچ بھی ہو جائے اتنا برا گرتے ہیں کہ پچھلے سارے بریکیں لگا کے ساتھ کلمے پڑھنے ہیں. بالکل. اگر گاڑی اور گاڑی کا ایکسیڈنٹ ہو تو بچت کا مارجن موجود رہتا ہے, لیکن جب گاڑی اور بائک کی ٹکر ہو تو خدا نخواستہ وہ سیدھی موت ہے. جی سر, اور دوسری بات یہ ہے, یہ جو آپ لائن والا بات کر رہے ہیں نا کہ بائیں لین میں چلیں, اس کی ایک سب سے بڑی جو فائدے مند چیز ہے وہ یہ ہے کہ اللہ نہ کرے ادھر گریں گے تو پیچھے سے سارے موٹر سائیکل آ رہے ہیں. ادھر جب خدا نہ کرے کو بائک والا گرتا ہے تو پیچھے سے گاڑیاں آ رہی ہوتی ہیں اور اکثر بیچارے اس طرح مر جاتے ہیں. صاحب جی آپ کبھی ان کو بند اشارے پہ دیکھیں کھڑے ہو؟ یار تو آپ پہلے تو کتنے کام جانا ہے. نہیں عزیزی بھائی, جب اشارہ کھلتا ہے نا, نہیں ہمیں دانشور بن کے تم ہمیں ذمہ داری نہ تو آپ ان کو اشارے پہ دیکھیں. خود دیکھو تم کیا کر رہے ہو. یہ تو گھر کے علاوہ بھی دیکھتا. کافی مرتبہ دیکھا لیکن مجھ سے دیکھا نہیں جاتا. جب یہ اشارہ کھلتا ہے, جب نکلتے ہیں نا گولی کی طرح, گھوں 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 کر کے نکلتے ہیں. واقعی اشارہ کھلتے ہی ان کو ایسے ہوتا ہے کہ جیسے ریس لگ گئی. سر اشارہ ابھی پورا کھلتا بھی نہیں, یہ دوڑ جاتے ہیں. حالانکہ میرے پاس بھی موٹر سائیکل ہے, میں نے کبھی تیز چلائی نہیں. نہیں خیر, یہ تو تم ہمیں تکلف نہیں کہہ رہے ہو, چلاتے تم تیز ہی ہو, تمہارے وزن کی وجہ سے وہ چلتی نہیں بیچاری. ایک دو دفعہ میں نے گوگے کو موٹر سائیکل پہ بیٹھے ہوئے دیکھا, موٹر سائیکل نیچے ایسے ہوئی ہوتی ہے جیسے پلوان لے لیتے بیٹھ جاتے, لے لانی ہے انجوائے. اور سر اس کی موٹر یار سائیکل ایک منٹ ٹھہر جاؤ, کٹہرے میں وہ نہیں, وہ کھڑا ہے. ہاں سوری, بات یہ ہے سر کہ جس طرح یہ ہیلمٹ کی سختی کر کر کے تو کوئی 70% 75% لوگوں کو قابو کیا ہے نا. یہ صرف لاہور میں چند علاقوں تک محدود ہے, باقی کہیں پر اتنی سختی نہیں ہے. تو باقی لوگ بھی کریں نا, باقیوں کے جو ٹریفک پولیس والے کو ٹنڈے تو نہیں ہے ان کو سختی یا ان کو مفت تو نہیں نا وہ ڈیوٹی دے رہے, وہ بھی تنہا لیتے. ان کو کرنی چاہیے. یہ آرڈر کرے نا آئی جی صاحب پورے پنجاب میں, بلکہ میں تو کہوں گا کہ ہر وزیر اعلیٰ جو ہے وہ اپنے اپنے صوبے میں یہ آرڈر کرے. اچھا یار, یہ مجھے بتاؤ کہ یہ آپ لوگوں کا کوئی کمپلیکس تو نہیں ہے کہ آپ بائیں لین میں موٹر سائیکل سواروں کے درمیان اپنی بائک چلانے کو کوئی کمتر سمجھتے ہو؟ نہیں سر, یہ بات نہیں ہے. اگر دائیں لین میں ٹریفک زیادہ تو ہم بائیں لین میں آ جاتے ہیں, بائیں لین میں ٹریفک زیادہ تو ہم دائیں لین میں. ایگزیکٹلی یہی زگ زیگ جو ہے نا, یہی ایکسیڈنٹس کا باعث بنتی ہے. سر اللہ کے فضل سے مجھے 45 سال ہو گئے موٹر سائیکل چلاتے ہیں, لیکن میں تو آج تک نہیں گرا. اچھا ایک منٹ, تم نہیں گرے یا تم کسی بڑے حادثے کا شکار نہیں ہوئے, لیکن اپنے دل پہ ہاتھ رکھ کے ایمانداری سے بتاؤ کہ تمہارے خاندان میں, تمہارے حلقہ احباب میں یا تمہارے محلے میں, تمہارے علاقے میں کبھی کسی کا ایکسیڈنٹ نہیں ہوا موٹر سائیکل سوار کا؟ نہیں سر, ہوئے تو بے پناہ ہیں سر. تو تم لکی ہو نا کہ تم آج تک بچے ہوئے, تو تم احتیاط کرو. بالکل, تم کیا چاہتے ہو کہ تم گر کے کو لاتما توڑاؤ گے تو پھر یہ قانون لاگو ہونا اس چاہیے. کو اصل میں یہ خوش گمانی ہے کہ اس کی لاتما اتنی تو ہے, کہاں سے ٹوٹے گی. اللہ یہ نہیں نا پتا کہ توڑنے والے ڈرم سٹک بھی توڑ لیں گے. سر جی بناؤ تسی قانون, میں آج ہی توڑنا دی باں. ناظرین یہاں مجھے لینی ایک چھوٹی سی کمرشل بریک, ہمارے ساتھ رہیے گا. یہ ارائیوں کی شطرنج ہے, لیسن اور پیار, سیدھی سیدھی بازی عروج تے ہوئے تے ادھر امی آ جاوے, پتر گھوڑا تے توپ پھڑائی میں ہانڈی چ پانی. میرا بادشاہ نہ مارنا, میں نے کل آملیٹ میں ڈالنا ہے. عزیزی ویسے زیادتی ہے, پہلے سبزی اتنی مہنگی ہے, وہ تو نا 4 ہانڈیاں دا مسالہ شطرنج تے رکھتا ہے. اچھا بھائی جان, یہ ہمارے پکچرز اور ویڈیوز کے سیگمنٹ پہ پہلی ویڈیو ہے, ذرا دیکھ کے مجھے سمجھاؤ کہ اس چھترے میاں کو غصہ کس بات پہ چڑھا ہے. یہ چھوٹا سا آپٹیکل ایلیوژن کہہ سکتے ہو تم, یا ہمارے جو چھوٹے چھوٹے خواب ہوتے ہیں نا, بائک کے بغیر منہ سے بائک کی آواز نکالنا ٹیں 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 کر کے, یہ اسی نوعیت کی کوئی چیز ہے. یہ پی ٹی آئی کی گورنمنٹ نے ایک دعویٰ کیا تھا کہ جب پی ٹی آئی اقتدار میں آئے گی تو دوسرے ملکوں سے لوگ ہمارے ہاں آ کے نوکریاں تلاش کریں گے. وہ کام شروع ہو گیا. اچھا جی, نکال لو اس کو, لے جاؤ, ایک رومال سے اس کا پوری توپ بن جائے گی. اس دولے نے جدو دلہن نو لے کے گھر پہنچنے نا تے انہاں دی والدہ نے بوئے چ زیتون دا تیل چھوڑنا. اچھا یہ ایک تصویر دیکھے, شطرنج کی بساط. آہا, یہ ارائیوں کی شطرنج ہے.
लहसुन और प्याज सीधी सीधी ਬਾਜੀ ਅਰੂਜ ਤੇ ਹੋਵੇ ਤੇ ਉਧਰੋਂ ਅੰਮੀ ਆ ਜਾਵੇ ਪੁੱਤਰ ਘੋੜਾ ਤੇ ਤੋਪ ਫੜਾਈ ਮੈਂ ਹਾਂਡੀ ਚ ਪਾਣੀ अब मेरा बादशाह ना मारना, मैंने कल आमलेट में डालना है। ਅਜ਼ੀਜ਼ੀ ਵੈਸੇ ਜ਼ਿਆਦਤੀ ਹੈ, ਪਹਿਲੇ ਹੀ ਸਬਜ਼ੀ ਇੰਨੀ ਮਹਿੰਗੀ ਹੈ, ਉਤੋਂ ਨਾ 4 ਹਾਂਡੀਆਂ ਦਾ ਮਸਾਲਾ ਛਤਰਾਈ ਤੇ ਰੱਖਦਾ ਇਹ ਜਿਹਦੇ ਮੋਰੇ ਪਿਆਜ਼ ਨੇ ਉਹ ਤੇ ਜਿੱਤ ਕੇ ਵੀ ਰੋਂਦਾ ਹੋਣਾ। ਇਹ ਜਦੋਂ ਗੇਮ ਮੁੱਕੇ ਨਾ ਜੀ ਤੇ ਫਿਰ ਇਹਨੂੰ ਤੜਕਾ ਲਾਣਾ ਪੈਂਦਾ भाईजान देखिए लोग दुनिया में मेकअप का शौक कैसे कैसे पूरा करते हैं। ये भाईजान का नाम बताओ बाजी को बताओ। आप देखिए तस्वीर देखिए जरा कि सरकारी गाड़ियों का पाकिस्तान में इस्तेमाल कई बार हम जिक्र कर चुके हैं, लेकिन नौबत ईंचा रसी ये देखिए, ਦਿਖਾएं ये देखो ईंटों से भरी। ये देखो, शाबाश। सरकारी गाड़ी ईंटें लती ਦੇਖੋ ਯਾਰ अगली सीट ते फिर सीमेंट भी रखे ओ मेरे मालका यार, हद हो और गई। गड्डी की जो हालत है वो बता रही है कि ऐसे गड्डी ते 5-6 कोठियां बना बैठे ਔਰ ਇੱਟਾਂ ਤੋਂ ਲੱਗਦਾ ਹੈ ਕਿ ਮੁੱਲ ਨਹੀਂ ਲਿਆਏ, ਕਿਸੇ ਢੇਰ ਤੋਂ ਚੁੱਕ ਲਈਆਂ ਨੇ। ਇਸ ਗੱਡੀ ਨੂੰ ਕੋਈ ਡਰਾਈਵਰ ਨਹੀਂ ਚਲਾਉਂਦਾ, ਕੋਈ ਰਾਜ ਚਲਾਉਂਦਾ ਹੈ। ਹਾਏ 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 अच्छा एक वीडियो देखिए जरा। ये था आज का इस पे हाल, और आज की हिकमत की बात ये कि हर शख्स को जिंदगी में हर चीज हासिल नहीं हुआ करती, हर शख्स की जिंदगी काश और अगर से भरी पड़ी। खुश रहे, खुश रखें। आपसे मुलाकात होगी इंशाल्लाह अगले हफ्ते। अल्लाह हाफ़िज़। Hi, it's Sayyeda Shanaz here. Thank you for watching Dunya News. For more videos and updates, don't forget to click the subscribe button. Keep watching Dunya News.